नदर करहिं जे आपणी, ता नदरी सतगुर पाया। एह जियो बहुते जन्म भ्रमिया, ता सतगुर शब्द सुनाया। सतगुर जेवड दाता को नहीं, सब सुनियो लोक सबाया। सतगुर मिलिया सच पाया, जिन्नी विचो आप गवाया। जिन्नी सचो सच बुझाया, सतगुर मिलिया सच पाया। जिन्नी विचो आप गवाया, जिन सचो सच बुझाया। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अंमृत बचनां दा रस भिन्ना कीर्तन सरवण कर रहे गुरु सवारे सत संगी जनों, हजूर दी आशा की वार दी चौथी पौड़ी नाल जो दो शलोक दर्ज किए गए ने, इस अंमृत बाणी दे इस पौड़ी दे पहले शलोक विच हर चीज पार ब्रह्म परमेश्वर दे भय विच चल रही है। दूसरे श्लोक दी विचार कल आपां आरंभ कीती सी, पर उस दे आखरी अर्थ आपां मुकम्मल नहीं कर सके सी। कल विचार दी जो लड़ी चल रही सी, जिथे विश्राम दिता सी, सिर्फ एक पार ब्रह्म परमेश्वर है जो भय तो मुक्त है। बाकी जो कुछ भी उस परमात्मा ने पैदा किया, हर चीज उस दे भय दे विच है। ये अमृत श्लोक हजूर ने जो बख्शिश किया, नानक निरभौ निरंकार होर केते राम रिवाल। एक पार ब्रह्म परमेश्वर जो निराकार है, सिर्फ वो भय तो मुक्त है। ते जिन्हां नूं आपां अवतारी पुरुष कहने आ, हजूर कहंदे ने पता नहीं किन्ने कु श्री रामचंद्र वर्गे उस परमात्मा दे दर ते ओदे घर दे विच रवाल दा अर्थ धूड़ी। इहदे अर्थ विद्वान टीकाकारां ने कीते ने कि उस पार ब्रह्म परमेश्वर दे घर विच इन्नियां इन्नियां शक्तियां वाले भी ओदे सामने बिल्कुल तुच्छ ने। अनेकां कृष्ण ने, अनेकां उन्हां दियां साखियां कहानियां ने, अनेकां ज्ञान दे ग्रंथ ने, पर सच ये वे को परम हस्ती उस परम पिता परमात्मा दे सामने हर जिहड़ी शक्ति है वो तुच्छ ही है। रात अर्ज कीती सी कि इस सारी गल नूं किसी फिरके नाल जोड़ के अर्थ मत करिए। जो गुरु ग्रंथ साहिब जी का तत्त सिद्धांत है
ਕਿ ਉਸ ਪਰਮ ਸ਼ਕਤੀ ਜਿਸ ਨੂੰ ਆਪਾਂ ਪਰਮਾਤਮਾ ਕਹਿੰਦੇ ਆ, ਵਾਹਿਗੁਰੂ ਕਹਿ ਰਹੇ ਆ, ਉਹ ਪਰਮਾਤਮਾ ਪਰਮ ਸ਼ਕਤੀ ਤੋਂ ਹਰ ਚੀਜ਼ ਥੱਲੇ ਵੇ। ਤੇ ਜਿਨ੍ਹਾਂ ਨੂੰ ਅਵਤਾਰੀ ਪੁਰਸ਼ ਕਹਿ ਰਹੇ ਆ, ਉਹ ਪਰਿਪੂਰਨ ਪਰਮਾਤਮਾ ਦੇ ਦਰ ਦੇ ਆਪ ਮੰਗਤੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਕੋਟ ਕੋਟ ਸੂਰਜ ਜਾਂ ਕੈ ਪ੍ਰਗਾਸ਼। ਕਹਿੰਦੇ ਨੇ ਇੱਕ ਸੂਰਜ ਨੂੰ ਲੋਕ ਪੂਜਦੇ ਨੇ, ਪਰ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਸ਼ਕਤੀ, ਉਹਦੇ ਸਾਹਮਣੇ ਤਾਂ ਕਰੋੜਾਂ ਸੂਰਜ ਚਾਨਣ ਕਰਨ ਵਾਲੇ ਵੀ ਉਹਦੇ ਦਰ ਦੇ ਉੱਤੇ ਸੇਵਾ ਪੈ ਕਰਦੇ ਨੇ। ਹਜ਼ੂਰ ਦੇ ਬਚਨ ਨੇ, ਕੋਟ ਸੂਰਜ ਜਾਂ ਕੈ ਪ੍ਰਗਾਸ਼, ਕੋਟ ਮਹਾਦੇਵ ਅਰ ਕਬਿਲਾਸ। ਇੱਕ ਸ਼ਿਵ ਨਹੀਂ, ਹੁਣ ਇਹਨੂੰ ਫਿਰ ਧਿਆਨ ਨਾਲ ਸੁਣਿਓ, ਕਰੋੜਾਂ ਸ਼ਿਵ ਤੇ ਕਰੋੜਾਂ ਕੈਲਾਸ਼। ਸੱਚ ਇਹ ਵੇ, ਇਹ ਵੀ ਪਰਮਾਤਮਾ ਦੇ ਦਰ ਦੇ ਉੱਤੇ ਨੇ, ਇਹਨਾਂ ਦੀ ਵੀ ਇੰਨੀ ਕੋਈ ਖਸਤੀ ਨਹੀਂ। ਕੋਟ ਸੂਰਜ ਜਾਂ ਕੈ ਪ੍ਰਗਾਸ਼, ਕੋਟ ਮਹਾਦੇਵ ਅਰ ਕਬਿਲਾਸ। ਹਜ਼ੂਰ ਜੀ ਕਹਿੰਦੇ ਨੇ, ਦੁਰਗਾ ਕੋਟ ਜਾਂ ਕੈ ਮਰਦਨ ਕਰੈ। ਮਰਦਨ ਦਾ ਅਰਥ ਮਲਣਾ, ਸੇਵਾ ਕਰਨੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਰਦਨ ਲਫ਼ਜ਼ ਦਾ ਅਰਥ ਮਰਦ ਵੀ ਆਇਆ। ਚਾਰ ਵਰਨ ਚੌਹਾਂ ਕੇ ਮਰਦਨ, ਉੱਥੇ ਮਰਦਨ ਦਾ ਅਰਥ ਹੈ ਮਨੁੱਖ, ਮਰਦ ਬੰਦੇ, ਤਾਕਤ ਵਾਲੇ। ਪਰ ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਲੋਕ ਦੁਰਗਾ ਨੂੰ ਪੂਜਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਕਰੋੜਾਂ ਦੁਰਗਾ ਵਰਗੀਆਂ ਦੇਵੀਆਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ, ਉਹਦੇ ਦਰ ਤੇ ਮਾਲਿਸ਼ ਕਰਨ ਵਾਲੀਆਂ ਬੈਠੀਆਂ, ਉਹਦੇ ਚਰਨ ਪਰੋਸ ਰਹੀਆਂ। ਕੋਟ ਸੂਰਜ ਜਾਂ ਕੈ ਪ੍ਰਗਾਸ਼, ਕੋਟ ਮਹਾਦੇਵ ਅਰ ਕਬਿਲਾਸ, ਦੁਰਗਾ ਕੋਟ ਜਾਂ ਕੈ ਮਰਦਨ ਕਰੈ। ਅੱਗੇ ਮਹਾਰਾਜ ਕਹਿੰਦੇ ਨੇ, ਬ੍ਰਹਮਾ ਕੋਟ ਵੇਦ ਉਚਰੈ। ਇੱਕ ਬ੍ਰਹਮਾ ਨਹੀਂ, ਕਰੋੜਾਂ ਬ੍ਰਹਮੇ ਜਿਹੜੇ ਨੇ ਉਹ ਪਰਮਾਤਮਾ ਦੇ ਦਰ ਤੇ ਖਲੋਤੇ ਉਹਦੀਆਂ ਸਿਫਤਾਂ ਕਰੀ ਜਾ ਰਹੇ ਨੇ। ਥੋੜ੍ਹਾ ਜਿਹਾ ਆਓ ਇਸ ਨੂੰ ਮੈਂ ਹੋਰ ਅੱਗੇ ਲੜੀ, ਇਸ ਨੂੰ ਤੋਰ ਸਕਾਂ, ਕਿਉਂਕਿ ਸਾਡੇ ਮਨ 'ਚ ਇੱਕ ਗੱਲ ਹੈ ਕਿ ਹਰ ਧਰਮ ਜਿਹੜਾ ਹੈ, ਯਾਦ ਰੱਖੋ, ਉਹ ਆਪਣੇ ਰਹਿਬਰ ਨੂੰ ਲੈ ਕੇ ਗੱਲ ਕਰਦਾ ਹੈ, ਪਰ ਇਹ ਸ਼ਬਦ ਕਹਿ ਦੇਣਾ ਵੀ ਇਸ ਤੋਂ ਅੱਗੇ ਕੋਈ ਸੱਚਾਈ ਨਹੀਂ, ਮੇਰਾ ਖਿਆਲ ਇਹ ਨਹੀਂ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਖੇਡ ਹੈ, ਗੁਰਮਤਿ ਨੇ ਇਹੀ ਸਾਨੂੰ ਸਮਝਾਇਆ ਹੈ ਕਿ ਪਰਮਾਤਮਾ ਦੇ ਸੰਬੰਧ ਦੇ ਵਿੱਚ ਬਹਿਸ ਮੁਬੈਸਾ, ਝਗੜਾ, ਕਲੇਸ਼, ਵਾਦ ਵਿਵਾਦ, ਪਿਆਰਿਓ, ਉਸ ਪਰਮ ਹਸਤੀ ਦਾ ਕਿਸੇ ਨੇ ਅੰਤ ਪਾਇਆ ਹੈ। ਅਸੀਂ ਜਾਪ ਸਾਹਿਬ ਦਾ ਪਾਠ ਜਦੋਂ ਰੋਜ਼ ਕਰਨੇ, ਮੈਂ ਤਾਂ ਕਹਿੰਦਾ ਪਹਿਲਾ ਛੰਦ ਕਿਤੇ ਧਿਆਨ ਨਾਲ ਪੜ੍ਹੀਏ ਜਿਹੜਾ ਛਪੈ ਛੰਦ ਹੈ। ਇਹਦੇ ਵਿੱਚ ਹਜ਼ੂਰ ਨੇ ਬੜਾ ਸਪਸ਼ਟ ਕਿਹਾ ਵੀ ਅਸੀਂ ਕਿਸ ਨੂੰ ਮੰਨਦੇ। ਉਹਦੇ ਵਿੱਚ ਪਹਿਲਾ ਬਚਨ ਇਹ ਹੈ ਕਿ ਜਿਸ ਨੂੰ ਆਪਾਂ ਪੂਜ ਰਹੇ ਹਾਂ ਉਹਦਾ ਕੋਈ ਚੱਕਰ ਚਿੰਨ੍ਹ, ਕੋਈ ਜ਼ਾਤ, ਕੋਈ ਰੰਗ, ਕੋਈ ਰੂਪ, ਕੋਈ ਰੇਖ, ਕੁਛ ਵੀ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕੁਛ ਨਹੀਂ ਤੇ ਉਹ ਹੈ ਹੀ ਨਹੀਂ, ਕਿਉਂਕਿ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ, ਚੱਕਰ ਚਿੰਨ੍ਹ ਅਰ ਵਰਨ, ਜ਼ਾਤ ਅਰ ਪਾਤ ਨਹੀਨ ਜੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀਂ। ਫਿਰ ਮੰਦੇ ਦੇ ਮਨ 'ਚ ਤਰਕ ਉੱਠਦਾ ਵੀ ਜਿਹਦਾ ਰੂਪ ਵੀ ਕੋਈ ਨਹੀਂ, ਰੇਖ ਵੀ ਕੋਈ ਨਹੀਂ, ਚੱਕਰ ਵੀ ਕੋਈ ਨਹੀਂ, ਚਿੰਨ੍ਹ ਵੀ ਕੋਈ ਨਹੀਂ। ਹੁਣ ਸਾਡੇ ਹੱਥਾਂ ਦੇ ਨਿਸ਼ਾਨ ਨੇ, ਉਹਦਾ ਕੋਈ ਚੱਕਰ ਚਿੰਨ੍ਹ ਨਹੀਂ। ਸਾਡੇ ਚਿਹਰੇ ਨੇ, ਉਹਦੀ ਕੋਈ ਇੱਕ ਸ਼ਕਲ ਨਹੀਂ। ਹਜ਼ੂਰ ਬਖਸ਼ਿਸ਼ ਕਰਦੇ ਨੇ, ਚੱਕਰ ਚਿੰਨ੍ਹ ਅਰ ਵਰਨ, ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀਂ। ਪਰ ਦੇਖੋ ਇੱਥੇ ਇੱਕ ਸ਼ਬਦ ਬੜਾ ਕਮਾਲ ਦਾ ਅੱਗੇ ਵਰਤਿਆ। ਉਹ ਹਜ਼ੂਰ ਨੇ ਕਿਹਾ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ, ਇਹ ਕੁਛ ਉਹਦਾ ਨਹੀਂ, ਉਹਦਾ ਕੋਈ ਰੂਪ ਰੇਖ ਚੱਕਰ ਚਿੰਨ੍ਹ ਨਹੀਂ, ਪਰ ਉਹ ਹੈ। ਅੱਗੇ ਸ਼ਬਦ ਅਸੀਂ ਜਦੋਂ ਪੜ੍ਹਨੇ, ਚੱਕਰ ਚਿੰਨ੍ਹ ਅਰ ਵਰਨ, ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀਂ। ਅਚਲ ਮੂਰਤ, ਆ ਬੜਾ ਗਹਿਰਾ ਸ਼ਬਦ ਪਾਇਆ। ਜਦੋਂ ਮੂਲ ਮੰਤਰ ਦਾ ਆਪ ਜੀ ਪਾਠ ਕਰਦੇ ਹੋ, ਅਕਾਲ ਸ਼ਬਦ ਨਾਲ ਗੁਰਦੇਵ ਨੇ ਮੂਰਤ ਰੱਖ ਦਿੱਤਾ। ਇੱਥੇ ਅਚਲ ਮੂਰਤ ਲਿਖਿਆ। ਇਹ ਮੂਰਤ ਦਾ ਅਰਥ ਤਸਵੀਰ ਨੇ। ਜੇ ਆਮ ਨਜ਼ਰ, ਓਪਰੀ ਨਜ਼ਰ 'ਚ ਕੋਈ ਪੜ੍ਹੇ, ਉਹ ਕਹੇਗਾ ਵੀ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ, ਕੋਈ ਰੰਗ ਨਹੀਂ, ਕੋਈ ਕਹਿ ਹੀ ਨਹੀਂ ਸਕਦਾ, ਉਹਨੂੰ ਹੈ ਹੀ ਨਹੀਂ। ਪਰ ਅੱਗੇ ਕਹਿ ਦਿੱਤਾ ਅਚਲ ਮੂਰਤ। ਇਸ ਮੂਰਤ ਦਾ ਅਰਥ ਚਿੱਤਰ ਨਹੀਂ ਕਰਨਾ ਪਲੀਜ਼, ਤਸਵੀਰ ਨਹੀਂ। ਇੱਥੇ ਮੂਰਤ ਦਾ ਅਰਥ ਹੋਂਦ ਵਾਲਾ ਹੈ, ਉਹ ਹਸਤੀ ਵਾਲਾ ਉਹ ਹੈ। ਮਤਾਂ ਕੋਈ ਸੋਚੇ ਵੀ ਹਰ ਚੀਜ਼ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਅਚਲ ਮੂਰਤ। ਤੇ ਜਦੋਂ ਅਸੀਂ ਮੂਲ ਮੰਤਰ ਪੜ੍ਹਨੇ ਆ, ਉੱਤੇ ਸ਼ਬਦ ਗੁਰਦੇਵ ਨੇ ਲਿਖਿਆ ਹੈ ਅਕਾਲ ਮੂਰਤ। ਅਕਾਲ ਦਾ ਅਰਥ ਉਹ ਸਮੇਂ 'ਚ ਨਹੀਂ, ਉਹ ਮੌਤ 'ਚ ਨਹੀਂ,
ਪਰ ਯਾਦ ਰੱਖਿਓ ਜਿਹੜਾ ਸਮੇਂ 'ਚ ਨਹੀਂ, ਪਰ ਉਹ ਹੈ ਜ਼ਰੂਰ, ਉਹਦੀ ਹਸਤੀ ਹੈ ਅਚਲ ਮੂਰਤ। ਤੇ ਮਹਾਰਾਜ ਫਿਰ ਉਸ ਨੂੰ ਬਣਾਉਣ ਵਾਲਾ ਕੌਣ? ਸਤਿਗੁਰੂ ਕਹਿੰਦੇ ਨੇ ਅੰਨ ਭਉ ਪ੍ਰਕਾਸ਼, ਉਹ ਕਿਸੇ ਦਾ ਬਣਾਇਆ ਹੀ ਨਹੀਂ, ਪਰਮਾਤਮਾ ਨੂੰ ਕੋਈ ਨਹੀਂ ਬਣਾ ਸਕਦਾ। ਤੇ ਸੱਚ ਇਹ ਵੇ ਉਹ ਨਾ ਜੰਮਦਾ ਤੇ ਨਾ ਮਰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਆਪਾਂ ਪਾਠ ਕਰਨੇ ਆ ਨਾ, ਜਨਮਾਸ਼ਟਮੀ ਆਉਂਦੀ ਹੈ ਭਾਦੋਂ ਦੇ ਮਹੀਨੇ 'ਚ, ਮਨਾਉਂਦਾ ਹੈ ਹਿੰਦੁਸਤਾਨ 'ਚ ਬੜਾ ਮਨਾਇਆ ਜਾਂਦਾ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ 'ਚ ਦੇਖੀਏ ਤੇ ਹਜ਼ੂਰ ਕਹਿੰਦੇ ਨੇ ਸਭ ਤੋਂ ਵੱਡਾ ਅਪਰਾਧ ਤੇ ਪਾਪ ਹੈ ਕਿ ਤਿੰਨਾਂ ਭਵਨਾਂ ਦਾ ਜਿਹੜਾ ਪਰਮਾਤਮਾ ਹੈ ਉਹਨੂੰ ਤੁਸੀਂ ਪੰਘੂੜੇ 'ਚ ਬਿਠਾ ਕੇ ਲੋਰੀਆਂ ਪੈ ਦਿੰਦੇ ਹੋ, ਤਾਂ ਜੰਮਦਾ ਤੇ ਮਰਦਾ ਵੀ ਨਹੀਂ। ਇਹ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬੋਲੇ ਭਰਮ ਭੁੱਲੇ ਨਰ ਕਰਤ ਕਚਰਾਇਣ। ਭਟਕੇ ਕੋ ਲੋਕ, ਭੁੱਲੇ ਕੋ ਲੋਕ, ਕੱਚੀਆਂ ਗੱਲਾਂ ਕਰਦੇ ਪਏ ਨੇ, ਥੋਥੀਆਂ ਬੇਥਵੀਆਂ ਬਾਤਾਂ ਕਰ ਰਹੇ ਨੇ। ਭਰਮ ਭੁੱਲੇ ਨਰ ਕਰਤ ਕਚਰਾਇਣ। ਮਹਾਰਾਜ ਕਹਿੰਦੇ ਜਨਮ ਮਰਨ ਤੇ ਰਾਹਤ ਨਾਰਾਇਣ। ਉਹ ਅਜੂਨੀ ਜਿਹੜਾ ਅਕਾਲ ਮੂਰਤ ਅਨਭਉ ਪ੍ਰਕਾਸ਼ ਹੈ, ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਉਹਦੇ ਵਿੱਚ ਬਚਨ ਹੈ ਸਕਲ ਅਪਰਾਧ ਦੇਹ ਲਾਰੋਨੀ। ਲਾਰੋਨੀ ਦਾ ਅਰਥ ਹੈ ਲੋਰੀਆਂ ਦੇਣੀਆਂ। ਇਹ ਪਾਠ ਤੁਸੀਂ ਕਰਿਓ, ਕਿਉਂਕਿ ਹੁਣ ਤੇ ਸਭ ਕੁਝ ਮਹਾਰਾਜ ਦਾ ਫੋਨ ਦੇ ਵਿੱਚ ਹੀ ਸਾਰੇ ਅਰਥ ਨੇ। ਸਗਲ ਅਪਰਾਧ ਦੇਹ ਲਾਰੋਨੀ, ਕਹਿੰਦੇ ਸਭ ਤੋਂ ਵੱਡੇ ਜਿੰਨੇ ਵੀ ਪਾਪ ਨੇ ਉਹਨਾਂ ਵਿੱਚੋਂ ਸਾਰੇ ਪਾਪ ਇਕੱਠੇ ਉਦੋਂ ਹੋ ਜਾਂਦੇ ਨੇ ਜਦੋਂ ਕੋਈ ਰੱਬ ਨੂੰ ਨਿਆਣਾ ਬਣਾ ਕੇ ਉਹਨੂੰ ਪੰਘੂੜੇ ਵਿੱਚ ਲੋਰੀਆਂ ਦਿੰਦਾ ਹੈ। ਸਗਲ ਅਪਰਾਧ ਦੇਹ ਲਾਰੋਨੀ। ਅੱਗੇ ਹੈ ਸੋ ਮੁਖ ਜਲੋ ਜਿਤ ਕੈ ਠਾਕੁਰ ਜੋਨੀ। ਉਹ ਮੁਖ ਸੜ ਕਿਉਂ ਨਾ ਗਿਆ ਜਿਨਨੇ ਕਹਿ ਦਿੱਤਾ ਰੱਬ ਜੂਨਾ ਚਾਹੁੰਦਾ। ਜੇ ਉਸ ਦੀ ਜਹਾਂ ਫਿਰ ਇੱਕ ਬੜਾ ਗਹਿਰਾ ਵਿਸ਼ਾ, ਗੁਰ ਪਰਮੇਸ਼ਰ ਕੁਝ ਹੋਰ ਚੀਜ਼ ਹੈ। ਪਾਰ ਬ੍ਰਹਮ ਪਰਮੇਸ਼ਰ, ਮੈਂ ਇੱਕ ਦਿਨ ਅਰਜ਼ ਕੀਤੀ ਸੀ, ਜਦੋਂ ਸੁੰਨ ਅਵਸਥਾ ਵਿੱਚ ਸੀ ਕੁਛ ਵੀ ਨਹੀਂ ਸੀ, ਸਭ ਕੁਝ ਉਹਦੇ ਵਿੱਚ ਸਮੇਟਿਆ ਹੋਇਆ ਸੀ, ਪਰ ਜਦੋਂ ਸਫੁਰ ਹੋਇਆ ਉਹਨੇ ਸਭ ਕੁਝ ਬਣਾ ਦਿੱਤਾ। ਇੱਕ ਦਿਨ ਸਭ ਕੁਝ ਉਹਦੇ ਵਿੱਚ ਸਮੇਟਿਆ ਜਾਣਾ। ਬੇਨਤੀ ਇਹ ਵੇ ਕਿ ਉਸ ਪਰਮਾਤਮਾ ਨੂੰ ਬਣਾਉਣ ਵਾਲਾ ਕੋਈ ਨਹੀਂ, ਉਹ ਤਾਂ ਸੁਤੇ ਸਿੱਧ ਆਪਣੇ ਆਪ ਤੋਂ ਹੈ। ਅਨਭਉ ਪ੍ਰਕਾਸ਼ ਜਿਹਨੂੰ ਅਕਾਲ ਮੂਰਤ ਕਿਹਾ, ਜਿਹਨੂੰ ਬਾਣੀ 'ਚ ਸਹਿਬੰਗ ਕਿਹਾ, ਜਿਹਨੂੰ ਸਤਿਗੁਰੂ ਨੇ ਕਿਹਾ ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਹੈ ਨਿਰਸਾਕੰਗ ਸ਼ਰੀਕ ਹੈ, ਉਹਦਾ ਤਾਂ ਜਨਮ ਦਿਹਾੜਾ ਹੀ ਕਦੀ ਨਹੀਂ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਵੱਲ ਮੈਂ ਆਵਾਂ। ਸਤਿਗੁਰੂ ਕਹਿ ਰਹੇ ਨੇ ਅਨਭਉ ਪ੍ਰਕਾਸ਼, ਉਹ ਆਪਣੇ ਆਪ ਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ। ਉਹਦੀ ਤਾਕਤ ਦਾ, ਉਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ, ਉਹਦੀ ਤਾਕਤ ਦਾ ਕੋਈ ਥਾਂ ਹੀ ਨਹੀਂ ਪਾ ਸਕਦਾ। ਪਿਆਰਿਓ ਸੱਚ ਇਹ ਵੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਉਹਦੀ ਸ਼ਕਤੀ ਇੰਨੀ ਬਲਵਾਨ ਹੈ ਕਿ ਜਿਹੜਾ ਬੰਦਾ ਚੰਗਾ ਭਲਾ ਕਿਤੇ ਬੈਠਾ ਹੈ ਨਾ, ਜਿੱਥੇ ਪਾਣੀ ਦਾ ਬੂੰਦ ਵੀ ਨਹੀਂ, ਉਹ ਚਾਹੇ ਤਾਂ ਰਾਤ ਨੂੰ ਉੱਥੇ ਸਮੁੰਦਰ ਪੈਦਾ ਕਰ ਦੇ। ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਗਰਭੋ, ਪੰਡਿਤ ਤੇ ਮੁਗਧਾਰੀ। ਇਹ ਉਹਦਾ ਅਨਭਉ ਪ੍ਰਕਾਸ਼ ਹੈ, ਉਹਦਾ ਅਮਿਤੋਜ ਹੈ। ਉਹਦੇ ਓਜ, ਉਹਦੀ ਸ਼ਕਤੀ ਦਾ ਕੋਈ ਵੀ ਥਾਂ ਨਹੀਂ ਪਾ ਸਕਦਾ। ਫਿਰ ਬੇਨਤੀ ਕਰਾਂ ਚੱਕਰ ਚਿੰਨ ਅਰ ਬਰਨ ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਹੁਣ ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹੋ ਜਿਹੇ ਤੇ ਕਰੋੜਾਂ ਇੰਦਰ ਉੱਥੇ ਤੁਰੇ ਫਿਰਦੇ ਨੇ। ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਰੀਜੈ। ਇੰਦਰ ਇੰਦਰਾਨ, ਕਰੋੜਾਂ ਇੰਦਰ ਵਰਗੇ ਦੇਵਤੇ, ਕਰੋੜਾਂ ਜਿਹੜੇ ਪਾਤਸ਼ਾਹ ਨੇ। ਸੱਚ ਇਹ ਵੇ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤਰ ਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਸੁਰ ਨਰ ਅਸੁਰ, ਮਨੁੱਖ ਦੇਵਤੇ ਦੈਂਤ, ਨੇਤ ਨੇਤ ਬਨ ਤ੍ਰਿਣ ਕਹਿਤ। ਹਰ ਚੀਜ਼ ਪਰਮਾਤਮਾ ਨੂੰ ਨੇਤ ਨੇਤ ਕਰੀਏ। ਨੇਤ ਦਾ ਅਰਥ ਹੁੰਦਾ ਹੈ ਨਾ ਇਤੀ, ਜਿਤਨਾ ਮੈਂ ਬੋਲ ਦਿੱਤਾ ਰੱਬ ਇਸ ਤੋਂ ਅੱਗੇ ਬਹੁਤ ਕੁਝ ਕਹਿਣ ਵਾਲਾ ਪਿਆ। ਇਹ ਬਾਣੀ 'ਚ ਬੜੇ ਸ਼ਬਦ ਤੁਹਾਨੂੰ ਨੇਤ ਮਿਲਣਗੇ, ਜਿਵੇਂ ਪੀ ਤੇਰੀ ਕੀਮਤ ਨਾ ਪਵੈ ਖੋ ਕੇਵੜ ਆਖਾਂ ਨਾਉ, ਇਹ ਨਾ ਇਤੀ ਹੈ। ਹਜ਼ੂਰ ਦੀ ਬਾਣੀ ਜਿਵੇਂ ਅਸੀਂ ਪੜ੍ਹਨੇ ਹਾਂ ਕਿ ਪਰਮਾਤਮਾ ਉਹਦੇ ਬਾਰੇ ਨੇਤ ਨੇਤ ਬੰਤਨ ਕਹਿਤ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ
बरनत समत, तेरे उस जड़ा सतनाम है, मुकम्मल नाम है, ਉਹਨੂੰ कोई नहीं बयान कर सकता। तेरे कर्मां ਨੂੰ देख के नाम रखे गए। फिर मैं बेनती करांगा, मेरा सिर्फ इस गल ते कल मैं समाप्ति की सी कि उस परमात्मा ਨੂੰ जिन्ने देवी देवते ने प्यारिओ, ਉਹਦੇ चरनां ਦੀ धूड़ ने, ਉਹਦੇ सामने कुछ भी नहीं। नारद से चतुरानन से रमनारक से सब हूँ मिल गायो, वेद कतेब ना भेद लख्यो, सब हार परे हर हाथ ना आयो। पार ना पाए सकै उमापत, ਉਹਦਾ ਤਾਂ ਸੱਚ ਇਹ ਵੀ शिव जी भी अंत नहीं पा सकिया। हजूर सच्चे पातशाह ਕਹਿੰਦੇ ਨੇ ਉਹਨੂੰ ਉਸ परमात्मा ਦੇ सामने ਜਿਹੜੇ अवतार ने ਇਹ तुच्छ ने। पर मैं कल भी कहा सी, असी अपने अपने सच की प्रभाता निर्धारित की, अपना अपना सच जो मेरे मन ने मान लिया वो सच। देखो उस वर्गा तिन्ना लोकां च, तीन लोक ਉਹਦੇ बनाए ने, उस वर्गा ना कोई है, कोई उसकी तुलता बराबरता नहीं कर सकता। मैं तो एक छोटी जी उदाहरण देना। महात्मा बुद्ध नालंदा गए सिर्फ समझण लई, क्योंकि असीं जदों सीमा वेद देने बस इस तो अगे ज्ञान खत्म। फिर तुसीं जिहड़े गुरु ग्रंथ साहिब दा पाठ करदे हो, मेरी बेनती नूं सुणिओ, थोड़ा जिहा संकीर्णता तो ऊपर उठ के सोचांगे। असीं हां सिर्फ सीमित जी सोच वाले। सीमित सोच अपनियां परिभाषा, अपनियां सारियां बनना बुनदी। पर जदों तुसीं शब्द नाल अपनी सुरत नूं जोड़दे हो, गुरबाणी च टुब्बी मारदे हो गुरमुखो, उदों समझ पैंदी है कि उस परिपूर्ण परमात्मा की खेड कितनी को अद्भुत अचरज अजारक है। वो इस कली धरती का तो मालक ही नहीं। हजूर दे जदों असीं बचन पढ़ने हैं, कोट ब्रह्मंड को ठाकुर स्वामी, जिहड़ा करोड़ां ब्रह्मंडां दा मालक है, ते असीं अपने निक्के जिहे पिंड की व्याख्या करके कि रब ऐसा नहीं हो सकता। महात्मा बुद्ध नालंदा गए, उन्होंने सुनने वास्ते लोग बहुत आए, प्रवचन करते गए जिथे जिथे राह च गए। उत्थे एक बहुत महान पंडित सी, बहुत विद्वान पंडित। उन्होंने किसी दसिया महात्मा बुद्ध आए ने, आ पहुंचिया। महात्मा बुद्ध ने प्रवचन दिता, उन्हें बैठ के सुनिया। जदों सारे लोग सुन तो वख्यान सुन तो बाद चले गए, तो उस पंडित का नाम थी सिरीपुत। वो पंडित सिरीपुत महात्मा बुद्ध के कोल आया, ओदियां अखां च पानी सी, ते उन्हें एक शब्द कह दिता, कहन लगा कि तुहाडी वाणी मेरे अंदर नूं बहुत टिका बख्श गई, पर मैं महसूस किया है आप जैसा ना को था, गल सुनने वाली, ना को है ना को होगा। समझ गया आप भी, तेरे वर्गा ना कोई सी, ना कोई अज है, ते ना अगे होवेगा। महात्मा बुद्ध ने सुनिया, तो जिहड़ी गल असी भी कहने आ, साडे बाबे वर्गा अज तीकरा कोई होया ही नहीं। मैनू बख्श दिया जे, मैं निंदे वाले पासे नहीं चल। मैनू याद है एक बार लुधियाने कथा कर रहे सां, समागम सी, किसी ने धारणा पढ़ दी, महापुरख का नाम लैके, तेरे वर्गा ना कोई होया ते ना कोई होना। एक बजुर्ग बैठा डांग लैके खलो गया, वो कहता गुरु ग्रंथ साहिब की बेदबी ना कर। उन्हें कहा गुरु ग्रंथ साहिब की बेदबी? वो कहता गुरु ग्रंथ साहिब करोड़ां संत पैदा कर सकता है, पर करोड़ां संत इकट्ठे होकर गुरु ग्रंथ साहिब नहीं पैदा कर सकते। ये शब्द उहदे सुनने वाले से। उन्हें कहा भी तेरे वर्गा ना कोई सी, ना कोई है, ना कोई होएगा। जदों विद्वान पंडित सिरीपुत ने यह कहे, तो महात्मा बुद्ध बोलिया। उन्हें शब्द दो को दे सुनने वाले ने कहन लगे, सिरीपुत मैं तेरे बारे सुनिया, तू बहुत विद्वान है, तू बहुत ग्रंथां का मुतालिया किया, तू पढ़े है? कहता जी हाँ। महात्मा बुद्ध कहते ने एक अज्ञानी बंदा, जिस बंदे ने जिंदगी च कुछ भी पढ़िया नहीं, स्टडी नहीं किया, अगर वो भावुक हो के, इमोशनल हो के, जज्बात च आके कोई झूठी गल कर जाए, तो असीं माफ़ कर देंगे भी इनू पता ही कोई नहीं, ये विचारा शरधा का भीजा पे कह गया। पर कहन लगे एक बंदा पढ़िया भी होवे, ब्रह्म का जानकार होवे, सब कुछ पढ़िया होने के बावजूद भी जे वो बंदा झूठ बोले, तो विद्वान के जीवन च सब तो निंदन योग वो हुंदा है कि जिहड़ा पढ़िया होने के बावजूद भी झूठ बोली जा रहे।
ਸਿਰੀ ਪੁੱਤ ਖਾਮੋਸ਼ ਹੋ ਗਿਆ। ਕਹਿਣ ਲੱਗਾ, ਮਹਾਰਾਜ ਮੈਂ ਕੋਈ ਭੁੱਲ ਕੀਤੀ? ਮਹਾਤਮਾ ਬੁੱਧ ਦਾ ਅਗਲਾ ਸਵਾਲ ਸੀ ਕਿ ਸਿਰੇ ਪੁੱਤ ਤੂੰ ਇਮਾਨਦਾਰੀ ਨਾਲ ਦੱਸ, ਤੂੰ ਤਿੰਨਾਂ ਕਾਲਾਂ ਦਾ ਗਿਆਤਾ ਹੋ ਚੁੱਕਾ ਹੈ? ਫਿਰ ਬੇਨਤੀ ਸੁਣਿਓ, ਤੂੰ ਤਿੰਨ ਸ਼ਬਦ ਵਰਤੇ ਨੇ, ਨਾ ਕੋਈ ਸੀ, ਨਾ ਕੋਈ ਹੈ ਤੇ ਨਾ ਕੋਈ ਹੋਏਗਾ। ਇਹਦਾ ਮਤਲਬ ਤੇਰੀ ਸੁਰਤ ਤਿੰਨ ਕਾਲਾਂ ਨੂੰ ਜਾਣਦੀ ਪਈ। ਇਹ ਸ਼ਬਦ ਅਸੀਂ ਵੀ ਵਰਤ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ ਖਲੋ ਕੇ ਹਜ਼ੂਰੀ 'ਚ। ਇਹ ਮਹਾਰਾਜ ਪੂਰਨ ਬ੍ਰਹਮ ਗਿਆਨੀ ਨੇ। ਇਹਦਾ ਮਤਲਬ ਜਿਹੜਾ ਪੂਰਨ ਕਹਿ ਰਿਹਾ ਉਹ ਪਹਿਲਾਂ ਖੁਦ ਆਪ ਪੂਰਨ ਹੈ ਤੇ ਅਗਲੇ ਦੀ ਪਰਿਭਾਸ਼ਾ ਦੱਸ ਰਿਹਾ ਨਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਹੈ, ਮਤਲਬ ਪਹਿਲਾਂ ਆਪਣੇ ਆਪ ਨੂੰ ਪੂਰਾ ਕਹਿ ਗਿਆ। ਫਿਰ ਬੇਨਤੀ ਉਹਨਾਂ ਕਿਹਾ ਵੀ ਤੂੰ ਤਿੰਨ ਕਾਲਾਂ ਦਾ ਗਿਆਤਾ ਹੈ? ਕਹਿੰਦਾ ਨੋ, ਮੈਂ ਤਾਂ ਤਿੰਨਾਂ ਕਾਲਾਂ ਦਾ ਗਿਆਤਾ ਨਹੀਂ। ਕਹਿੰਦੇ ਫਿਰ ਮੈਂ ਤੇਰੇ ਤੋਂ ਕੁਝ ਪੁੱਛਣਾ ਚਾਹੁੰਦਾ। ਉਹ ਸੱਚੀ ਮੁੱਚੀ ਵਿਦਵਾਨ ਪੰਡਤ ਦਾ ਚਿਹਰਾ ਪੀਲਾ ਪੈ ਗਿਆ। ਕਹਿਣ ਲੱਗਾ, ਅੱਜ ਤੱਕ ਜਿੰਨੇ ਵੀ ਬੁੱਧ ਧਰਤੀ ਤੇ ਹੋਏ ਨੇ, ਮਹਤ ਗਿਆਨਵਾਨ ਹੋਏ ਨੇ, ਕਿ ਸਾਰੇ ਗਿਆਨਵਾਨਾਂ ਦੇ ਜੀਵਨ ਬਾਰੇ ਤੈਨੂੰ ਜਾਣਕਾਰੀ ਹੈ? ਉਹਨਾਂ ਦੇ ਬਾਰੇ ਤੈਨੂੰ ਪਤਾ ਹੈ? ਕਹਿੰਦਾ ਬਿਲਕੁਲ ਨਹੀਂ, ਮੈਨੂੰ ਕੋਈ ਪਤਾ ਨਹੀਂ ਉਹਨਾਂ ਬਾਰੇ। ਕਹਿਣ ਲੱਗੇ, ਚਲੋ ਜਿਹੜੇ ਭਵਿੱਖ ਵਿੱਚ ਹੋਣੇ ਨੇ ਉਹਨਾਂ ਬਾਰੇ ਵੀ ਪਤਾ ਹੈ? ਉਹਨੇ ਕਿਹਾ ਬਿਲਕੁਲ, ਮੈਨੂੰ ਭਵਿੱਖ ਵਿੱਚ ਵੀ ਕੋਈ ਪਤਾ ਨਹੀਂ ਕਿੰਨੇ ਕੁ ਬੁੱਧ ਹੋਣੇ ਨੇ, ਕਿੰਨੇ ਕੁ ਗਿਆਨਵਾਨ ਹੋਣੇ ਨੇ। ਉਹ ਹੱਸ ਪਏ। ਕਹਿਣ ਲੱਗੇ, ਚਲੋ ਬੀਤੇ ਦਾ ਤੇ ਭਵਿੱਖ ਦਾ ਪਤਾ ਨਹੀਂ, ਪਰ ਤੈਨੂੰ ਹੁਣ ਤਾਂ ਪਤਾ ਹੀ ਹੋਣਾ ਜਿਸ ਵਰਤਮਾਨ 'ਚ ਤੂੰ ਜੀ ਰਿਹਾ ਇਸ ਧਰਤੀ ਤੇ ਕਿੰਨੇ ਕੁ ਬੁੱਧ ਨੇ ਇਸ ਵੇਲੇ। ਕਹਿਣ ਲੱਗਾ, ਨਹੀਂ ਨਹੀਂ ਮੈਨੂੰ ਬਿਲਕੁਲ ਪਤਾ ਨਹੀਂ। ਉਹ ਹੱਸ ਕੇ ਕਹਿੰਦੇ, ਤੈਨੂੰ ਮੇਰੇ ਬਾਰੇ ਵੀ ਪਤਾ ਹੈ ਮੇਰੇ ਅੰਦਰ ਕੀ ਹੈ? ਉਹ ਬੋਲਿਆ ਨਹੀਂ। ਸ਼ਬਦ ਬੜੇ ਸੋਹਣੇ ਸੁਣਨ। ਕਿਹਾ ਤੂੰ ਜਜ਼ਬਾਤ 'ਚ ਆ ਗਿਆ, ਤੂੰ ਇਹ ਸ਼ਬਦ ਕਹਿ ਦਿੱਤੇ, ਆਪ ਜੈਸਾ ਨਾ ਕੋਈ ਹੈ, ਨਾ ਕੋਈ ਹੋਗਾ, ਨਾ ਕੋਈ ਹੋਇਆ। ਕਹਿਣ ਲੱਗੇ, ਇਹਦਾ ਮਤਲਬ ਤੂੰ ਤ੍ਰੈ ਕਾਲ ਦਾ ਗਿਆਤਾ ਹੈ? ਪੰਡਿਤ ਸਿਰੀ ਪੁੱਤ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤੁਹਾਡੀ ਬਾਣੀ ਸੁਣ ਕੇ, ਤੁਹਾਡੇ ਬੋਲ ਸੁਣ ਕੇ ਸ਼ਰਧਾ 'ਚ ਆ ਗਿਆ। ਮੈਂ ਸ਼ਰਧਾ 'ਚ ਆ ਕੇ ਬੋਲ ਕੇ ਇਹ ਗੱਲ ਸੁਣਨ ਵਾਲੀ। ਮਹਾਤਮਾ ਬੁੱਧ ਨੇ ਕਿਹਾ, ਦੇਖ ਸਿਰੀ ਪੁੱਤ, ਸ਼ਰਧਾ 'ਚ ਆ ਕੇ ਉਹ ਬਾਣੀ ਬੋਲੋ ਜਿਹਦੀਆਂ ਜੜ੍ਹਾਂ ਬਹੁਤ ਸਮਾਂ ਲੰਮਾ ਸਮਾਂ ਰਹਿਣ, ਜਿਹਦੀ ਜੜ ਬਹੁਤ ਚਿਰ ਰਹੇ। ਉਹ ਬੋਲਣਾ ਸ਼ਰਧਾ 'ਚ ਆ ਕੇ ਬੋਲੋ ਕਿ ਜਿਹਦਾ ਰੰਗ ਕੱਲ ਨੂੰ ਫਿੱਕਾ ਪੈ ਜਾਏ। ਜੇ ਤੂੰ ਸ਼ਬਦ ਕਹਿ ਦਿੱਤੇ ਵੀ ਆਪ ਜੈਸਾ ਕੋਈ ਨਹੀਂ, ਕੱਲ ਨੂੰ ਮੇਰੇ ਤੋਂ ਵੱਡੇ ਵੀ ਬੁੱਧ ਆਉਣਗੇ। ਅੱਜ ਪਤਾ ਨਹੀਂ ਕਿੰਨੇ ਕੁ ਬੁੱਧ ਨੇ ਜਿਨ੍ਹਾਂ ਦੀ ਖਿਆਤੀ ਨਹੀਂ। ਮੈਂ ਤਾਂ ਬੇਨਤੀ ਕਰਾਂਗਾ, ਇਸੇ ਕਰਕੇ ਗੁਰੂ ਨੇ ਬਾਣੀ 'ਚ ਸਾਨੂੰ ਇਹ ਗੱਲ ਸਮਝਾਈ, ਯਾਰ ਵੇ ਪ੍ਰਹੱਬੇ ਸਕੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿਕ ਡੂ ਹਿਕ ਚਾੜਿਆ ਹੂੰ ਕਿਸ ਚਤੇਈਆ, ਹਿਕ ਡੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਇੱਥੇ ਤਾਂ ਇੱਕ ਤੋਂ ਇੱਕ ਚੜਾਉਂਦੀਆਂ, ਕੌਣ ਜਾਣੇ ਮੇਰਾ ਨਾਂ ਉੱਚੀ। ਇੱਥੇ ਇੱਕ ਤੋਂ ਇੱਕ ਵੱਧ ਬੰਦਗੀ ਕਰਨ ਵਾਲੇ ਨੇ ਪਰਮਾਤਮਾ ਦੇ ਘਰ 'ਚ। ਮੈਂ ਸਿਰਫ ਬੇਨਤੀ ਕਰਾਂਗਾ, ਹਜ਼ੂਰ ਕਹਿੰਦੇ ਨੇ ਸਿਰਫ ਇੱਕ ਨਿਰੰਕਾਰ, ਉਹ ਭੈ ਤੋਂ ਮੁਕਤ ਹੈ, ਬਾਕੀ ਸਭ ਭੈ ਦੇ ਸੰਯੁਕਤ ਹੈ। ਰਾਮਚੰਦਰ ਉਹਨਾਂ ਦੇ ਦਰ ਦੇ ਉੱਤੇ ਖਾਕ ਦੀ ਤਰ੍ਹਾਂ ਨੇ, ਕ੍ਰਿਸ਼ਨ ਜੀ ਵੀ ਅਨੇਕਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਸ ਅੰਮ੍ਰਿਤ ਸ਼ਲੋਕ ਦੀ ਵਿਆਖਿਆ ਲਈ ਜੋ ਕੱਲ ਆਪਾਂ ਪੜ੍ਹਿਆ ਸੀ, ਕਿਉਂਕਿ ਉਸ ਦੀ ਵਿਆਖਿਆ ਵਿਚਾਰ ਅਰਥ ਆਪਾਂ ਮੁਕੰਮਲ ਨਹੀਂ ਸਨ ਕੀਤੇ। ਸਤਿਗੁਰਾਂ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ ਤੇ ਫਰਮਾਇਓ ਨੇ, ਨਾਨਕ ਨਿਰਭਉ ਨਿਰੰਕਾਰ। ਧੰਨ ਗੁਰੂ ਨਾਨਕ ਸਾਹਿਬ ਦੇ ਬੋਲ, ਕਿਉਂਕਿ ਮਕਸਦ ਹੈ ਸ਼ਲੋਕਾਂ ਦੇ ਅਰਥਾਂ ਦਾ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਿਰਭਉ ਭੈ ਤੋਂ ਰਹਿਤ ਸਿਰਫ ਇੱਕ ਪਰਮਾਤਮਾ ਹੈ। ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਉਸ ਦਾ ਕੋਈ ਆਕਾਰ ਨਹੀਂ ਤੁਸੀਂ ਬਣਾ ਸਕਦੇ। ਮਹਾਰਾਜ ਕਹਿੰਦੇ ਨੇ ਹੋਰ ਉਸ ਨਿਰੰਕਾਰ ਤੋਂ ਬਿਨਾਂ ਜੋ ਨਿਰਭਉ ਹੈ, ਉਸ ਤੋਂ ਬਿਨਾਂ ਹੋਰ ਕੇਤੇ। ਕੇਤੇ ਦਾ ਅਰਥ ਹੈ ਕਈ। ਰਾਮ ਰਵਾਲ, ਕੱਲ ਵੀ ਅਰਜ਼ ਕੀਤੀ ਸੀ, ਰਵਾਲ ਦਾ ਅਰਥ ਧੂੜ ਖਾਕ। ਇੱਕ ਨਿਰੰਕਾਰ ਨਿਰਭਉ ਹੈ, ਬਾਕੀ ਪਤਾ ਨਹੀਂ ਹੋਰ ਕਿਤਨੇ ਕੁ ਕੇਤੇ ਰਾਮ ਰਵਾਲ ਉਸ ਪਰਮਾਤਮਾ ਦੇ ਦਰ ਦੇ ਉੱਪਰ ਖਾਕ ਨੇ, ਤੁੱਛ ਨੇ। ਫਿਰ ਬੇਨਤੀ ਸੁਣਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ 10ਵੇਂ 'ਚ ਬਚਨ ਹੈ ਜੀ, ਕਈ ਕੋਟ ਕ੍ਰਿਸ਼ਨ ਅਵਤਾਰ। ਅਗਲੀ ਤੁਕ ਧਿਆਨ ਨਾਲ ਸੁਣਨ ਵਾਲੀ। ਕਹਿਣ ਲੱਗੇ, ਕਈ ਰਾਮ ਬਾਰ ਬੁਹਾਰ। ਫਿਰ ਸੁਣਿਓ, ਕਈ ਕੋਟ ਕ੍ਰਿਸ਼ਨ ਅਵਤਾਰ। ਇਹ ਤਾਂ ਸਭ ਸਮਝਤ ਹੋ ਗਿਆ ਨਾ ਵੀ ਪਤਾ ਨਹੀਂ ਕਿੰਨੇ ਕੁ ਕਰੋੜਾਂ ਨੇ ਜਿਹੜੇ ਕ੍ਰਿਸ਼ਨ ਦਾ ਅਵਤਾਰ ਨੇ, ਕਰੋੜਾਂ ਕ੍ਰਿਸ਼ਨ ਨੇ। ਤੇ ਅੱਗੇ
ਸਾਹਿਬ ਕਹਿੰਦੇ ਨੇ ਕਈ ਰਾਮ ਬਾਰ, ਬਾਰ ਦਾ ਅਰਥ ਆਪਾਂ ਕਹਿੰਦੇ ਆ ਦਰਵਾਜ਼ਾ ਬਾਰ ਬੰਦ ਕਰ ਦਿਓ, ਤੇ ਨਾਲ ਸ਼ਬਦ ਹੈ ਬੁਹਾਰ। ਬੁਹਾਰ ਦਾ ਅਰਥ ਹੁੰਦਾ ਹੈ ਬੌਕਰ ਬਾਰੀ, ਝਾੜੂ ਲਾਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਈ ਰਾਮ ਬਾਰ ਬੁਹਾਰ, ਪਤਾ ਨਹੀਂ ਕਿੰਨੇ ਕੁ ਰਾਮ ਨੇ ਜਿਹੜੇ ਰੱਬ ਦੇ ਬੂਹੇ ਤੇ ਖਲੋਤੇ ਝਾੜੂ ਪੈ ਲਾਉਂਦੇ ਨੇ। ਪਰਮ ਸ਼ਕਤੀ ਉਹਦੀ ਹੈ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਮਹਾਰਾਜ ਕਹਿੰਦੇ ਕੇਤੀਆਂ ਕੰਨ ਕਹਾਣੀਆਂ, ਕੰਨ ਦਾ ਅਰਥ ਕਰਾਂਗੇ ਕ੍ਰਿਸ਼ਨ ਕਨਈਆ। ਕਹਾਣੀਆਂ ਦਾ ਅਰਥ ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਘਟਨਾਵਾਂ। ਪਤਾ ਨਹੀਂ ਕਿੰਨਿਆਂ ਕੁ ਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜੀਆਂ ਹੋਰ ਕਹਾਣੀਆਂ ਨੇ। ਕਿੰਨੇ ਲੋਕ ਕਹਾਣੀਆਂ ਪਾਉਂਦੇ ਨੇ। ਕੇਤੇ ਵੇਦ ਵਿਚਾਰ, ਪਤਾ ਨਹੀਂ ਕਿਤਨੇ ਕੁ ਵੇਦ ਨੇ ਤੇ ਕਿੰਨੇ ਕੁ ਵੇਦਾਂ ਦੀ ਵਿਚਾਰ ਕਰਨ ਵਾਲੇ ਗੂੜ ਪੰਡਿਤ ਨੇ। ਪਰ ਉਂਝ ਵੈਸੇ ਵੇਦ ਦਾ ਆਖਰੀ ਅਰਥ ਸ਼ਬਦ ਹੈ ਵੇਦ। ਵੇਦ ਦਾ ਆਖਰੀ ਅਰਥ ਗਿਆਨ ਹੁੰਦਾ ਹੈ। ਨਾਸਤਿਕ ਸ਼ਬਦ ਵੀ ਜਿਹੜਾ ਹੈ ਨਾ, ਯਾਦ ਰੱਖਿਓ, ਹੁਣ ਤਾਂ ਇਹ ਸਮੁੱਚਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਕਹਿੰਦੇ ਨਾਸਤਿਕ। ਉਂਝ ਜਦੋਂ ਇਹ ਸ਼ਬਦ ਪੈਦਾ ਹੋਇਆ ਨਾਸਤਿਕ, ਇਹਦਾ ਮਤਲਬ ਇਹ ਨਹੀਂ ਸੀ ਜਿਹੜਾ ਰੱਬ ਨੂੰ ਨਹੀਂ ਮੰਨਦਾ। ਨਾਸਤਿਕ ਦਾ ਅਰਥ ਸੀ ਜਿਹੜਾ ਵੇਦ ਨੂੰ ਨਹੀਂ ਸੀ ਮੰਨਦਾ। ਇਹ ਸ਼ਬਦ ਉੱਥੋਂ ਪ੍ਰਚਲਿਤ ਹੋਇਆ। ਹਜ਼ੂਰ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਵੇਦ ਨੇ, ਕਿੰਨੇ ਕੁ ਕ੍ਰਿਸ਼ਨ ਨੇ, ਕਿੰਨੀਆਂ ਕੁ ਕ੍ਰਿਸ਼ਨ ਦੀਆਂ ਕਹਾਣੀਆਂ ਕਰਨ ਵਾਲੇ ਨੇ। ਕੇਤੇ ਨੱਚੇ ਮੰਗਤੇ, ਜਦੋਂ ਹੁਣ ਇਹ ਸੁਣਿਓ, ਉਹ ਅਵਤਾਰਾਂ ਦੀਆਂ ਕਹਾਣੀਆਂ ਬਣਾਉਂਦੇ ਨੇ, ਅਵਤਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ। ਜਿਵੇਂ ਰਾਮ ਲੀਲਾ ਹੁੰਦੀ ਏ, ਰਾਸ ਲੀਲਾ ਹੁੰਦੀ ਏ, ਇਹ ਪਹਿਲਾਂ ਸਾਂਗ ਹੁੰਦੇ ਸਨ ਜੀ। ਜਿਵੇਂ ਤਾਰਾਮਤੀ ਦਾ, ਲੂਣਾ ਦਾ, ਇਹੋ ਜਿਹਾ ਪ੍ਰਸੰਗ, ਭਰਥਰੀ ਦਾ, ਇਹ ਸਾਰੇ ਜਿਹੜੇ ਰਾਜਾ ਹਰੀ ਚੰਦ, ਇਹਨਾਂ ਦੇ ਪ੍ਰਸੰਗ ਜਿਹੜੇ ਸਨ, ਰਾਜੇ ਰਾਣੀਆਂ ਦੇ ਸਾਂਗ ਕੀਤੇ ਜਾਂਦੇ ਸਨ। ਇਹ ਪੁਰਾਤਨ ਸਮੇਂ ਬੜੇ ਪ੍ਰਚਲਿਤ ਹੁੰਦੇ ਸਨ ਉਹ ਸਾਂਗ ਕਰਨੇ। ਪਰ ਜਦੋਂ ਸਟੇਜ ਤੇ ਆਉਣਾ, ਬੇਨਤੀ ਸੁਣਿਓ, ਉਦੋਂ ਅਵਤਾਰ ਦੇ ਕੱਪੜੇ ਪਾ ਕੇ ਲਫ਼ਜ਼ ਉਹ ਬੋਲਣੇ, ਸਾਂਗ ਉਹ ਕਰਨਾ। ਤੇ ਪਿਆਰਿਓ, ਜਦੋਂ ਸਟੇਜ ਤੋਂ ਥੱਲੇ ਉਤਰ ਜਾਣਾ ਤੇ ਉਹ ਮਾੜੇ ਕਰਮ ਕਰਨੇ ਜਿਹੜੇ ਉਹਦੀ ਜ਼ਿੰਦਗੀ 'ਚ ਕਦੀ ਹੋਏ ਵੀ ਨਹੀਂ ਸਨ ਅਵਤਾਰ ਦੀ। ਮਹਾਰਾਜ ਕਹਿੰਦੇ ਦੇਖੋ ਪਤਾ ਨਹੀਂ ਕਿੰਨੀਆਂ ਕਹਾਣੀਆਂ ਚੱਲ ਪਈਆਂ। ਕੋਈ ਰਾਮਚੰਦਰ ਜੀ ਦੀ ਲੀਲਾ ਕਰ ਰਿਹਾ, ਕੋਈ ਕ੍ਰਿਸ਼ਨ ਜੀ ਦੀ ਲੀਲਾ ਕਰ ਰਿਹਾ, ਕੋਈ ਰਾਸ ਪਾ ਰਿਹਾ, ਕੋਈ ਸੱਚਮੁੱਚ ਕੇ ਸਤਵੰਤੇ ਜਿਹੜੇ ਲੋਕ ਹੋਏ ਨੇ ਉਹਨਾਂ ਦੇ ਸਾਂਗ ਉਤਾਰਿਆ। ਮਹਾਰਾਜ ਕਹਿੰਦੇ ਨੇ ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੈ ਮੰਗਤੇ, ਮੰਗਣ ਵਾਲੇ ਸਾਧੂ। ਮਹਾਰਾਜ ਕਹਿੰਦੇ ਨੇ ਨਾਚ ਪੈ ਕਰਦੇ ਨੇ। ਗਿੜ ਮੁੜ ਪੂਰਾ ਤਾਲ। ਗਿੜ ਮੁੜ ਦਾ ਅਰਥ ਹੁੰਦਾ ਘੁੰਮ ਘੁੰਮ ਕੇ ਫੇਰੀ ਲੈਣੀ। ਪੂਰਾ ਤਾਲ, ਇਹ ਤਾਲ ਪੂਰਦੇ ਪਏ ਨੇ। ਅਨੇਕਾਂ ਜਿਹੜੇ ਨੇ ਉਹਨਾਂ ਦੇ ਨਾਮ ਤੇ ਰਾਸ ਲੀਲਾ ਰਚਾਉਂਦੇ ਨੇ ਤੇ ਸੱਚਮੁੱਚ ਉਹ ਪੈਸਾ ਕਮਾਉਣ ਦੀ ਖਾਤਰ, ਮੰਗਣ ਦੀ ਖਾਤਰ ਅਨੇਕਾਂ ਤਰ੍ਹਾਂ ਦੇ ਬਾਹਰ ਮੁਖੀ ਸਾਂਗ ਰਚਾ ਕੇ ਲੋਕਾਂ ਨੂੰ ਦਿਖਾ ਰਹੇ ਨੇ। ਬਾਜ਼ਾਰੀ, ਬਾਜ਼ਾਰ ਮਹਿ। ਬਾਜ਼ਾਰੀ ਦਾ ਅਰਥ ਹੁੰਦਾ ਹੈ ਵਪਾਰੀ, ਬਿਜ਼ਨਸ ਕਰਨ ਵਾਲਾ। ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਧਰਮ ਦਾ ਕੀ ਸੰਬੰਧ? ਇਹ ਧਰਮ ਨਾਲ ਜੁੜੇ ਹੋਏ ਪਾਤਰਾਂ ਦੀ ਰੀਸ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਤਾਂ ਵਪਾਰੀ ਨੇ। ਪਰ ਮੈਂ ਬੇਨਤੀ ਕਰਾਂ ਪਿਆਰਿਓ, ਆਸਾਂ ਕੀ ਵਾਰ 'ਚ ਜਦੋਂ ਇਹ ਜਿਹੇ ਸ਼ਬਦ ਆਉਂਦੇ ਨੇ ਨਾ, ਇਹ ਇਕੱਲੇ ਉਹਨਾਂ ਲਈ ਨਹੀਂ। ਇਹ ਮੇਰਾ ਖਿਆਲ ਹੈ ਸਾਨੂੰ ਆਪਣੇ, ਮੈਂ ਆਪਣੀ ਗੱਲ ਕਰ ਰਿਹਾ, ਆਪਣੀ ਗਿਰਵਾਨ ਵਿੱਚ ਵੀ ਝਾਤੀ ਮਾਰ ਲੈਣੀ ਚਾਹੀਦੀ। ਕੀ ਧਰਮ ਅਸਥਾਨ ਇੱਕ ਬਾਜ਼ਾਰ ਤਾਂ ਨਹੀਂ ਬਣ ਗਿਆ? ਕੀ ਧਰਮ ਇੱਕ ਬਿਜ਼ਨਸ ਤਾਂ ਨਹੀਂ ਬਣ ਗਿਆ? ਸਤਿਗੁਰੂ ਕਹਿੰਦੇ ਦੇਖੋ ਵਪਾਰੀ ਲੋਕ ਆ ਗਏ। ਗਲ ਦੇ ਵਿੱਚ ਇਹਨਾਂ ਨੇ ਹਾਰ ਪਾ ਲਏ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਕਿਸੇ ਨੇ ਮੁਕਟ ਬੰਨ ਲਿਆ, ਕਿਸੇ ਨੇ ਬੰਸਰੀ ਪਕੜ ਲਈ, ਕਿਸੇ ਨੇ ਮੋਰ ਦਾ ਪੰਖ ਲਾ ਲਿਆ, ਕੋਈ ਵੇਦਾਂ ਦੀਆਂ ਗੱਲਾਂ ਕਰੀ ਜਾ ਰਿਹਾ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚ ਇਹ ਜੇ ਇਹ ਸਾਰੇ ਬਿਜ਼ਨਸਮੈਨ ਨੇ, ਵਪਾਰ ਕਰਨ ਵਾਲੇ ਵਪਾਰੀ ਨੇ। ਤੇ ਜਿੱਥੇ ਇਹਨਾਂ ਦਾ ਸੌਦਾ ਵਿਕਦਾ ਉੱਥੇ ਕਲਾ ਨਾਲ ਆਪਣਾ ਕੰਮ ਕਰਕੇ ਚਲੇ ਜਾਂਦੇ। ਬਾਜ਼ਾਰੀ, ਬਾਜ਼ਾਰ ਮੈਂ, ਵਪਾਰੀ ਲੋਕ ਬਾਜ਼ਾਰ ਚਾਹੇ। ਤੇ ਸਤਿਗੁਰੂ ਕਹਿੰਦੇ ਨੇ ਆਏ ਕੱਢੈ ਬਾਜ਼ਾਰ। ਆ ਕੇ ਕੱਢੈ ਬਾਜ਼ਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਆਪਣੀ ਦੁਕਾਨ ਲਾ ਲਈ, ਆਪਣਾ ਬਾਜ਼ਾਰ ਲਾ ਲਿਆ, ਆਪਣਾ ਕੰਮ ਸ਼ੁਰੂ ਕਰ ਦਿੱਤਾ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਗਾਵਹਿ ਰਾਜੇ ਰਾਣੀਆਂ। ਮੈਂ ਅਰਜ਼ ਕੀਤੀ ਜਿਵੇਂ ਲੂਣਾ ਦਾ ਪ੍ਰਸੰਗ, ਹਰੀਸ਼ ਚੰਦ ਰਾਜੇ ਦਾ ਪ੍ਰਸੰਗ,
ਇਸੇ ਤਰ੍ਹਾਂ ਦੇ ਪ੍ਰਸੰਗ ਸੁਣਾਉਂਦੇ ਪਏ ਨੇ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਰਾਜੇ ਤੇ ਰਾਣੀਆਂ ਦੀਆਂ ਆਵਾਜ਼ਾਂ ਵਿੱਚ ਗਾ ਰਹੇ ਨੇ ਰਾਸ ਲੀਲਾ ਕਰਕੇ। ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ। ਉਹਨਾਂ ਦੇ ਸਾਂਗ ਉਤਾਰਦੇ ਨੇ ਆਲ ਪਤਾਲ ਦਰ ਤੇ ਅਲੂ ਊਲ ਜਲੂਲ। ਉਂਝ ਵੈਸੇ ਸ਼੍ਰੀਮਾਨ ਭਾਈ ਵੀਰ ਸਿੰਘ ਹੁਣਾਂ ਨੇ ਅਰਥ ਕੀਤੇ ਨੇ ਆਲ ਪਤਾਲ ਦੇ। ਕਹਿੰਦੇ ਨੇ ਆਲ ਦਾ ਅਰਥ ਆਕਾਸ਼ ਤੇ ਪਤਾਲ ਦਾ ਅਰਥ ਥੱਲੇ ਧਰਤੀ। ਕਹਿੰਦੇ ਜਿਵੇਂ ਆਕਾਸ਼ ਤੇ ਪਤਾਲ ਆਪਸ 'ਚ ਮਿਲਦੇ ਨਹੀਂ, ਕਹਿੰਦੇ ਝੂਠ ਇਹੋ ਜਿਹਾ ਬੋਲਦੇ ਨਹੀਂ ਜਿਨ੍ਹਾਂ ਦਾ ਸੰਬੰਧ ਹੀ ਕੋਈ। ਆਲ ਪਤਾਲ ਜੋ ਮੂੰਹ 'ਚ ਆਇਆ ਉਹ ਬੋਲੀ ਗਏ ਤੇ ਸ਼ਰਧਾ ਵਾਲੇ ਸਿਰ ਹਿਲਾਈ ਜਾਂਦੇ ਨੇ। ਦੇਖੋ ਜੀ ਸਿਰੇ ਦੀ ਗੱਲ ਕਰ ਦਿੱਤੀ, ਸੱਚੀ ਗੱਲ ਜੀ, ਕਮਾਲ ਕਰ ਦਿੱਤੀ। ਮਹਾਰਾਜ ਕਹਿੰਦੇ ਹੋ ਕੀ ਰਿਹਾ? ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ। ਇਹ ਸ਼ਬਦ ਹੈ ਇੱਕ ਮੁੰਦਾ, ਆ ਬੁੰਦੇ ਜਿਹਨੂੰ ਆਪਾਂ ਕਹਿੰਦੇ ਹਾਂ। ਲੱਖਾਂ ਟਕਿਆਂ ਦੇ ਜਿਹੜੇ ਮੁੰਦੜੇ ਨੇ, ਜਿਵੇਂ ਰਾਜੇ ਰਾਣੀਆਂ ਪਾਉਂਦੇ ਸਨ ਉਹ ਕੰਨ 'ਚ ਪਾਏ। ਪਰ ਫਿਰ ਬੇਨਤੀ ਸੁਣਿਓ, ਉਹ ਸਾਂਗ ਵਾਸਤੇ ਪਾਏ ਨੇ। ਰਾਣੀ ਦਾ ਸਾਂਗ ਕੀਤਾ ਉਹਨੇ, ਕੰਨ 'ਚ ਮੁੰਦਰਾਂ ਪਾ ਲਈਆਂ, ਕੱਪੜੇ ਉਹੋ ਜਿਹਾ ਪਾਉਣਗੇ। ਸਤਿਗੁਰੂ ਕਹਿੰਦੇ ਹੈ ਸਭ ਕੁਝ ਬਨੌਟੀ। ਲੱਖ ਟਕਿਆਂ ਦੇ ਮੁੰਦੜੇ ਨੇ, ਲੱਖਾਂ ਟਕਿਆਂ ਦੇ ਖਾਰ ਨੇ। ਉਹ ਉਹਨਾਂ ਦੀ ਰੀਸ ਕੀਤੀ ਜਾ ਰਹੀ ਹੈ, ਆਪਣੇ ਤਨ ਉੱਤੇ ਪਾਏ ਜਾ ਰਹੇ ਨੇ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਖਾਰ, ਜਿਤ ਤਨ ਪਾਈਆਂ ਨਾਨਕਾ ਸੇ ਤਨ ਹੋਵਹਿ ਛਾਰ। ਜਿਸ ਤਨ ਉੱਤੇ ਇਹ ਗਹਿਣੇ ਪਾਈ ਬੈਠੇ, ਇਹ ਕੱਪੜੇ ਪਾਈ ਬੈਠੇ ਨੇ, ਤੇ ਜਿਸ ਤਨ ਦਾ ਢੌਂਗ ਰਚ ਕੇ ਇਹ ਲੋਕਾਂ ਨੂੰ ਕਹਾਣੀਆਂ ਪੇ ਸੁਣਾਉਂਦੇ ਨੇ, ਮਹਾਰਾਜ ਕਹਿੰਦੇ ਨੇ ਇਸ ਸਰੀਰ ਨੇ ਸੜ ਕੇ ਇੱਕ ਦਿਨ ਮਿੱਟੀ ਹੋ ਜਾਣਾ ਹੈ, ਖਾਕ ਹੋ ਜਾਣਾ ਹੈ। ਇਸ ਸਰੀਰ ਨੂੰ ਲੈ ਕੇ ਪਰਮਾਤਮਾ ਦੀ ਖੇਡ ਨਹੀਂ ਕਰ ਰਹੇ, ਉਹਦੇ ਵੱਲ ਨਹੀਂ ਤੁਰੇ। ਪਰ ਅੱਗੇ ਸਵਾਲ ਉੱਠਿਆ, ਮਹਾਰਾਜ ਚਲੋ ਜੇ ਰਾਸ ਲੀਲਾ ਕਰਦੇ ਨੇ, ਆਖਰ ਕ੍ਰਿਸ਼ਨ ਦੇ ਡਾਇਲਾਗ ਤੇ ਬੋਲਦੇ ਹੀ ਨੇ ਨਾ। ਸੁਣਿਓ ਗੱਲ ਕਿ ਕਿੱਡੀ ਮਹਾਰਾਜ ਨੇ ਸੂਖਸ਼ਮਤਾ ਹੀ ਰੱਖੀ ਜੀ। ਕਿਉਂਕਿ ਜਿਹੜੇ ਤੁਹਾਡੇ ਸਾਲ ਉਪਜਨੇ ਸਨ ਸਾਡੇ, ਉਹ ਵਿੱਚ ਹੀ ਦੱਸਦਾ। ਮਹਾਰਾਜ ਮੰਨ ਲਓ ਕੋਈ ਰਾਮ ਲੀਲਾ ਕਰ ਰਿਹਾ, ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਨਾ, ਇੱਕ ਬਚਨ ਹੁੰਦਾ ਹੈ ਕਿ ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਉਹ ਹੁਣ ਜਿਹੜੇ ਸ਼ਬਦ ਦਿਓ ਉਹਦਾ ਭਾਵ ਹੈ ਕੋਈ, ਉਹਨੂੰ ਦਵੈਸ਼ 'ਚ ਨਹੀਂ ਲੈਣਾ। ਕਹਿਣ ਲੱਗੇ ਰਾਮਚੰਦਰ ਜੀ ਆਏ, ਬਨਵਾਸ ਗਏ, ਰਾਵਣ ਨੇ ਸੀਤਾ ਇੱਕ ਦਿਨ ਇੱਕ ਵਾਰ ਹਰਨ ਕੀਤੀ, ਤੂੰ ਤਾਂ ਲੀਲਾ ਰਚਾ ਰਚਾ ਕੇ ਹਰ ਸਾਲ ਹੀ ਉਹਨੂੰ ਹਰਨ ਕਰਾਈ ਜਾਣਾ। ਦੇਖੋ ਤੂੰ ਕਿਹੜੀ ਸਿਆਣਪ ਪਿਆ ਕਰਨਾ। ਇੱਥੇ ਸਵਾਲ ਉੱਠਿਆ ਵੀ ਚਲੋ ਜਿਵੇਂ ਆਪਾਂ ਕਹਦੇ ਹਾਂ ਨਾ ਜੀ, ਚਲੋ ਕੋਈ ਨਹੀਂ, ਪਖੰਡੀ ਹੈ, ਦੰਭੀ ਹੈ, ਗੁਰੂ ਦੀ ਗੱਲ ਤਾਂ ਕਰਦਾ ਹੀ ਹੈ ਨਾ। ਅੱਗੇ ਮਹਾਰਾਜ ਇਹਦਾ ਵੇਰਵਾ ਦਿੰਦੇ ਪਏ ਨੇ, ਬੇਨਤੀ ਸੁਣ। ਮੰਨ ਲਓ ਇਹ ਕਹਿ ਦਿੱਤਾ ਮਹਾਰਾਜ ਚਲੋ ਕੋਈ ਕ੍ਰਿਸ਼ਨ ਦੀ ਲੀਲਾ ਕਰ ਰਿਹਾ ਹੈ, ਕੋਈ ਰਾਮ ਲੀਲਾ ਕਰ ਰਿਹਾ ਹੈ, ਕੋਈ ਰਾਜੇ ਖਰੀਚੰਦ ਦੀ ਲੀਲਾ ਕਰ ਰਿਹਾ, ਕੋਈ ਭਰਥਰੀ ਦੀ ਲੀਲਾ ਕਰ ਰਿਹਾ, ਕੋਈ ਲੂਣਾ ਦੀ ਗੱਲ ਕਰ ਰਿਹਾ, ਕੋਈ ਪ੍ਰਹਿਲਾਦ ਦੀ ਗੱਲ ਕਰ ਰਿਹਾ, ਕੋਈ ਧਰੂ ਦਾ ਸਾਂਗ ਉਤਾਰ ਰਿਹਾ ਹੈ। ਚਲੋ ਜੀ ਆਖਰ ਗੱਲ ਤਾਂ ਧਰਮ ਦੀ ਕਰ ਰਹੇ ਨੇ। ਮਹਾਰਾਜ ਜੀ ਨੇ ਕਿਹਾ ਬਿਲਕੁਲ ਨਹੀਂ। ਸਤਿਗੁਰੂ ਗੱਲਾਂ ਹੁੰਦੀਆਂ ਨੇ 3-3 ਘੰਟੇ ਰਾਮ ਲੀਲਾ 'ਚ ਰਾਮ ਦੀਆਂ। ਮਹਾਰਾਜ ਜੀ ਨੇ ਕਿਹਾ ਨਹੀਂ, ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰਨਾ ਸਾ। ਇਹਨਾਂ ਗੱਲਾਂ ਨਾਲ ਕੋਈ ਰਾਮਚੰਦਰ ਬਣ ਜਾਏਗਾ? ਇਹਨਾਂ ਗੱਲਾਂ ਨਾਲ ਕੋਈ ਅਵਤਾਰੀ ਪੁਰਸ਼ ਬਣ ਜਾਏਗਾ? ਸੱਚ ਇਹ ਵੇ ਗਿਆਨ ਗੱਲਾਂ ਦੇ ਨਾਲ ਨਹੀਂ ਮਿਲਦਾ। ਗਿਆਨ ਨੂੰ ਤਾਂ ਕਥਨ ਕਰਨਾ ਇਸ ਤਰ੍ਹਾਂ ਹੈ ਕਿ ਜਿਵੇਂ ਮੂੰਹ ਵਿੱਚ ਸਖਤ ਲੋਹੇ ਨੂੰ ਰੱਖ ਕੇ ਤੰਦਾਂ ਦੇ ਨਾਲ ਚਵਾਣਾ ਹੋਵੇ।